ਦੇਸ਼ ਅਨਲੌਕ 2 ਦੇ ਵੱਲ ਵਧਿਆ ਹੈ ਅਤੇ ਅਨਲੌਕ 2 ਤੋਂ ਐਨ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਮੁਖਾਤਿਬ ਹੋਣ ਵਾਲੇ ਸਨ ਤਾਂ ਸਭ ਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਕਿ ਪ੍ਰਧਾਨ ਮੰਤਰੀ ਕੀ ਕਹਿਣਗੇ। ਪਰ ਪ੍ਰਧਾਨ ਮੰਤਰੀ ਫਿਕਰਮੰਦ ਸਨ ਕਿਉਂਕਿ ਅਨਲੌਕ ਦੇ ਦੌਰਾਨ ਕਈ ਅਣਗਹਿਲੀਆਂ ਹੋਈਆਂ ਨੇ, ਕਈ ਲਾਪਰਵਾਹੀਆਂ ਵਰਤੀਆਂ ਗਈਆਂ ਨੇ ਜਿਨ੍ਹਾਂ ਦੀ ਕੀਮਤ ਮਹਿੰਗੀ ਹੋ ਸਕਦੀ है। लेकिन आज जब हमें ज्यादा सतर्कता की जरूरत है तो लापरवाही बढ़ना बहुत ही चिंता का कारण है। प्रधानमंत्री नरेंद्र मोदी फिक्रमंद ने। ਉਦੋਂ ਜਦੋਂ 1 ਜੁਲਾਈ ਬੁੱਧਵਾਰ ਨੂੰ ਦੇਸ਼ ਅਨਲੌਕ ਦੇ ਦੂਜੇ ਪੜਾਅ 'ਚ ਦਾਖਲ ਹੋ ਰਿਹਾ। ਅਨਲੌਕ 2 ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਦੀ ਇਹ ਫਿਕਰ ਲਾਜ਼ਮੀ ਵੀ ਹੈ ਕਿਉਂਕਿ ਅਨਲੌਕ 1 ਦੌਰਾਨ ਵਿਅਕਤੀਗਤ ਅਤੇ ਸਮਾਜਿਕ ਲਾਪਰਵਾਹੀ 'ਚ ਇਜ਼ਾਫਾ ਜੋ ਹੋਇਆ ਇਹ ਵਕਤ ਸੰਭਲਣ ਦਾ ਹੈ, ਪਰ ਅਨਲੌਕ ਦੌਰਾਨ ਗੈਰ ਸੰਜੀਦਗੀਆਂ ਮੁਸ਼ਕਿਲਾਂ ਵਧਾ ਸਕਦੀਆਂ ਨੇ ਜਿਸ ਦੇ ਨਤੀਜੇ ਘਾਤਕ ਹੋ ਸਕਦੇ ਨੇ। ਇਸੇ ਲਈ ਤਾਂ ਪ੍ਰਧਾਨ ਮੰਤਰੀ ਨੇ ਉਦਾਹਰਨ ਦੇ ਕੇ ਸਭ ਨੂੰ ਨਿਯਮਾਂ ਦੀ ਹੂਬਹੂ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ। हम ये भी देख रहे हैं कि जब से देश में अनलॉक 1 हुआ है, व्यक्तिगत और सामाजिक व्यवहार में लापरवाही जरा बढ़ती ही चली जा रही है। पहले हम मास्क को लेकर, 2 गज की दूरी को लेकर 20 सेकंड तक दिन में कई बार हाथ धोने को लेकर बहुत सतर्क थे। लेकिन आज जब हमें ज्यादा सतर्कता की जरूरत है तो लापरवाही बढ़ना बहुत ही चिंता का कारण है। साथियों, लॉकडाउन के दौरान बहुत गंभीरता से नियमों का पालन किया गया था। अब सरकारों को, स्थानीय निकाय की संस्थाओं को, देश के नागरिकों को फिर से उसी तरह की सतर्कता दिखाने की जरूरत है। विशेषकर कंटेनमेंट जोन्स, उस पर तो हमें बहुत ध्यान देना होगा। जो भी लोग नियमों का पालन नहीं कर रहे हैं, हमें उन्हें टोकना होगा, रोकना होगा और समझाना भी होगा। अभी आपने खबरों में देखा होगा, एक देश के प्रधानमंत्री पर 13,000 रुपये का जुर्माना इसलिए लग गया क्योंकि वो सार्वजनिक स्थल पर मास्क पहने बिना गए थे। भारत में भी स्थानीय प्रशासन को इसी चुस्ती से काम करना चाहिए। ये 130 करोड़ देशवासियों के जीवन की रक्षा करने का अभियान है। भारत में गांव का प्रधान हो या देश का प्रधानमंत्री, कोई भी नियमों से ऊपर नहीं है। कोरोना करके मौतां दा आंकड़ा देश दे विच 16,800 तो पार हो गया। हालांकि 3,34,000 तो वध लोग सेहतयाब भी होए ने। सेहतयाबी दी दर च भी इजाफा दर्ज किया गया है। सेहतयाबी दी दर वध के 58.67% हो गई है।
ਪਰ ਜੇਕਰ ਪਿਛਲੇ 5 ਦਿਨਾਂ ਦੇ ਅੰਦਰ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਤੇ ਨਜ਼ਰ ਪਾਈਏ ਤਾਂ ਇਹ ਅੰਕੜਾ 2000 ਦੇ ਕਰੀਬ ਹੈ। 25 ਜੂਨ ਨੂੰ 24 ਘੰਟਿਆਂ ਦੇ ਅੰਦਰ 407 ਲੋਕਾਂ ਨੇ ਕਰੋਨਾ ਕਰਕੇ ਦਮ ਤੋੜਿਆ। 26 ਜੂਨ ਨੂੰ 384 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ। 27 ਜੂਨ ਨੂੰ 410 ਲੋਕਾਂ ਨੇ ਕਰੋਨਾ ਕਰਕੇ ਦਮ ਤੋੜਿਆ। 28 ਜੂਨ ਨੂੰ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ 380 ਸਨ ਤਾਂ 29 ਜੂਨ ਨੂੰ 24 ਘੰਟਿਆਂ ਦੇ ਅੰਦਰ 418 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ। ਇਹ ਕਰੋਨਾ ਕਰਕੇ ਹੋਈਆਂ ਮੌਤਾਂ ਦੇ ਅੰਕੜੇ ਨੇ ਤਾਂ ਇਧਰ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿੱਚ ਕਰੋਨਾ ਮੌਤ ਦਰ ਨੂੰ ਬਾਕੀ ਦੇਸ਼ਾਂ ਦੇ ਮੁਕਾਬਲੇ ਕਾਬੂ 'ਚ ਕਰਾਰ ਦਿੱਤਾ ਹੈ। ये बात सही है कि अगर कोरोना से होने वाली मृत्यु दर को देखें तो दुनिया के अनेक देशों की तुलना में भारत संभली हुई स्थिति में है। समय पर किए गए लॉकडाउन और अन्य फैसलों ने भारत में लाखों लोगों का जीवन बचाया है। ਦੇਸ਼ ਸੰਭਲੀ ਹੋਈ ਸਥਿਤੀ ਦੇ ਵਿੱਚ ਹੈ, ਇਹ ਦਾਅਵਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤਾ ਹੈ। ਪਰ ਨਾਲ ਹੀ ਨਸੀਹਤ ਵੀ ਕਿ ਮੌਸਮ ਬਦਲ ਰਿਹਾ ਹੈ, ਸਿਹਤ ਸੁਰੱਖਿਆ ਹੋਰ ਵੀ ਲਾਜ਼ਮੀ ਹੋ ਜਾਂਦੀ ਹੈ। ਇਸ ਲਈ ਹਰ ਲੋੜੀਂਦਾ एहतियात बेहद लाजमी है। कोरोना वैश्विक महामारी के खिलाफ लड़ते लड़ते अब हम अनलॉक 2 में प्रवेश कर रहे हैं और हम उस मौसम में भी प्रवेश कर रहे हैं जहां सर्दी, जुकाम, खांसी, बुखार ये सारे न जाने क्या क्या होता है, ये मामले बढ़ जाते हैं। ऐसे में मेरी आप सभी देशवासियों से प्रार्थना है कि ऐसे समय अपना ध्यान रखिए। ਨਾ ਦਿਸਣ ਵਾਲਾ ਵੈਰੀ ਕਰੋਨਾ ਦੇਸ਼ 'ਚ ਘਰ ਕਰੀ ਬੈਠਾ ਹੈ। ਹਰ ਆਮੋ ਖਾਸ ਪਰੇਸ਼ਾਨ ਹੈ। ਅਜਿਹੇ 'ਚ ਲਾਪਰਵਾਹੀਆਂ ਫਿਕਰ 'ਚ ਇਜ਼ਾਫਾ ਕਰ ਰਹੀਆਂ ਨੇ ਕਿਉਂਕਿ ਅਣਗਹਿਲੀਆਂ ਦੀ ਕੀਮਤ ਇਨਸਾਨੀ ਜ਼ਿੰਦਗੀਆਂ ਹੋ ਸਕਦੀਆਂ ਨੇ। ਸਾਂਝਾ ਸਪੈਸ਼ਲ ਦੇ ਵਿੱਚ ਫਿਲਹਾਲ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਹੈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਦੇਸ਼ ਵਿੱਚ ਤਕਰੀਬਨ 3 ਮਹੀਨੇ ਲੋਕਡਾਊਨ ਰਿਹਾ। ਅਜਿਹੇ ਸਭ ਤੋਂ ਵੱਧ ਮਾਰ ਉਹਨਾਂ ਲੋਕਾਂ ਤੇ ਪਈ ਜੋ ਨਿੱਤ ਕਮਾਉਂਦੇ ਨੇ ਅਤੇ ਉਹੀ ਖਾਂਦੇ ਨੇ। ਇਸੇ ਦਰਮਿਆਨ ਜਦੋਂ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨ ਆਏ ਤਾਂ ਉਹਨਾਂ ਨੇ ਗਰੀਬਾਂ ਦੇ ਲਈ ਖਾਸ ਰਿਆਇਤਾਂ ਦਾ ਐਲਾਨ ਕੀਤਾ ਅਤੇ ਨਾਲ ਹੀ ਸ਼ੁਕਰੀਆ ਅਦਾ ਕੀਤਾ ਕਿਸਾਨਾਂ ਦਾ। ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਦੇਸ਼ ਦੇ ਮੁਖਾਤਿਬ ਹੋਏ ਇਸ ਗੱਲ ਤੇ ਸਭ ਤੋਂ ਵੱਧ ਜ਼ੋਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ ਲਾਹਾ ਗਰੀਬ ਲੋਕਾਂ ਨੂੰ ਮਿਲੇਗਾ ਜੋ ਰੁਜ਼ਗਾਰ ਲਈ ਆਪਣਾ ਘਰ-ਬਾਰ ਛੱਡ ਹੋਰਨਾਂ ਸੂਬਿਆਂ 'ਚ ਜਾਂਦੇ ਨੇ। ਦੇਸ਼ ਦੇ ਹਰ ਲੋੜਵੰਦ ਤੱਕ ਖਾਣਾ ਪਹੁੰਚੇ ਇਸ ਲਈ ਪੂਰੀ ਵਾਹ ਲੱਗ ਰਹੀ ਹੈ ਅਤੇ ਇਸ ਲਈ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਿਸਾਨਾਂ ਅਤੇ ਟੈਕਸ ਪੇਅਰਸ ਦਾ ਸ਼ੁਕਰੀਆ ਅਦਾ ਕੀਤਾ। अब पूरे भारत के लिए एक राशन कार्ड की व्यवस्था भी हो रही है, यानी एक राष्ट्र एक राशन कार्ड, वन नेशन वन राशन कार्ड। इसका सबसे बड़ा लाभ उन गरीब साथियों को मिलेगा जो रोजगार या दूसरी आवश्यकताओं के लिए अपना गांव छोड़ करके कहीं और जाते हैं, किसी और राज्य में जाते हैं। साथियों, आज गरीब को, जरूरतमंद को सरकार अगर मुफ्त अनाज दे पा रही है तो इसका श्रेय प्रमुख रूप से 2 वर्गों को जाता है। पहला, हमारे देश के मेहनती किसान, हमारे अन्नदाता, और दूसरा हमारे देश के ईमानदार टैक्स पेयर। आपका परिश्रम,
आपका समर्पण ही जिसकी वजह से देश ये मदद कर पा रहा है। आपने देश का अन्न भंडार भरा है, इसलिए आज गरीब का, श्रमिक का चूल्हा जल रहा है। आपने ईमानदारी से टैक्स भरा है, अपना दायित्व निभाया है, इसलिए आज देश का गरीब इतने बड़े संकट से मुकाबला कर पा रहा है। मैं आज हर गरीब के साथ ही देश के हर किसान, हर टैक्स पेयर का हृदय से बहुत बहुत अभिनंदन करता हूं, उन्हें नमन करता हूं। ਤਿਉਹਾਰ ਆਉਣ ਵਾਲੇ ਨੇ, ਖਰਚੇ ਵਧਣ ਵਾਲੇ ਨੇ, ਅਜਿਹੀਆਂ ਹੀ ਦਲੀਲਾਂ ਦੇ ਕੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਕਰਨ ਦਾ ਫੈਸਲਾ ਲਿਆ। ਯੋਜਨਾ ਦੇ ਵਿਸਥਾਰ ਲਈ 90,000 ਕਰੋੜ ਦਾ ਖਰਚ ਹੋਵੇਗਾ। ਭਾਰਤ 'ਚ 80 ਕਰੋੜ ਤੋਂ ਵੱਧ ਲੋਕਾਂ ਨੂੰ 3 ਮਹੀਨੇ ਮੁਫਤ ਰਾਸ਼ਨ ਦਿੱਤਾ ਗਿਆ ਹੈ। 1.5 ਲੱਖ ਕਰੋੜ ਰੁਪਇਆ ਹੁਣ ਤੱਕ ਖਰਚ ਕੀਤਾ ਗਿਆ ਹੈ। 20 ਕਰੋੜ ਗਰੀਬ ਪਰਿਵਾਰਾਂ ਦੇ ਜਨਧਨ ਖਾਤਿਆਂ ਦੇ ਵਿੱਚ ਪੈਸਾ ਪਾਉਣ ਦਾ ਦਾਅਵਾ ਹੋਇਆ ਹੈ। 31,000 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਦਮ ਭਰਿਆ ਗਿਆ ਹੈ। 9 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ 18,000 ਕਰੋੜ ਰੁਪਏ ਦਿੱਤੇ ਗਏ ਨੇ। ਪੀਐਮ ਨਰਿੰਦਰ ਮੋਦੀ ਦਾ ਦਾਅਵਾ ਹੈ ਕਿ ਅਮਰੀਕਾ ਦੀ ਜਿੰਨੀ ਕੁੱਲ ਜਨਸੰਖਿਆ ਹੈ, ਉਸ ਤੋਂ 2.5 ਗੁਣਾ ਜ਼ਿਆਦਾ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਗਿਆ। पीएम गरीब कल्याण अन्न योजना का विस्तार हुण नवंबर महीने के आखिर तक कर दिता गया। हमारे यहाँ वर्षा ऋतु के दौरान और उसके बाद मुख्य तौर पर कृषि क्षेत्र में, एग्रीकल्चर सेक्टर में ही ज्यादा काम होता है। अन्य दूसरे सेक्टरों में थोड़ी सुस्ती रहती है। जुलाई से धीरे धीरे त्योहारों का भी माहौल बनने लगता है। अब आप देखिए, अभी 5 जुलाई को गुरु पूर्णिमा है, फिर सावन शुरू हो रहा है, फिर 15 अगस्त आएगी, रक्षाबंधन आएगा, कृष्ण जन्माष्टमी आएगी, गणेश चतुर्थी आएगी, ओणम होगा, और आगे जाएं तो काटी बिहू है, नवरात्रि है, दुर्गा पूजा है, दशहरा है, दीपावली है, छठी मैया की पूजा है। त्योहारों का ये समय जरूरतें भी बढ़ाता है, खर्च भी बढ़ाता है। इन सभी बातों को ध्यान में रखते हुए ये फैसला लिया गया है कि प्रधानमंत्री गरीब कल्याण अन्न योजना का विस्तार अब दिवाली और छठ पूजा तक, यानी नवंबर महीने के आखिर तक कर दिया जाएगा। यानी 80 करोड़ लोगों को मुफ्त अनाज देने वाली ये योजना अब जुलाई, अगस्त, सितंबर, अक्टूबर, नवंबर में भी लागू रहेगी। सरकार द्वारा इन 5 महीनों के लिए 80 करोड़ से ज्यादा गरीब भाई बहनों को हर महीने परिवार के हर सदस्य को 5 किलो गेहूं या 5 किलो चावल मुफ्त मुहैया कराया जाएगा। और साथ ही प्रत्येक परिवार को हर महीने 1 किलो चना भी मुफ्त दिया जाएगा। साथियों, प्रधानमंत्री गरीब कल्याण अन्न योजना के इस विस्तार में 90,000 करोड़ रुपए से ज्यादा खर्च होंगे। और अगर इसमें पिछले 3 महीने का खर्च भी जोड़ दें
तो ये करीब करीब 1.5 लाख करोड़ रुपया हो जाता है। ਜਦੋਂ ਦਾ ਲਾਕਡਾਊਨ ਲੱਗਿਆ ਉਦੋਂ ਦੀ ਆਰਥਿਕਤਾ ਲੀਹਾਂ ਤੋਂ ਲੈ ਗਈ ਹੈ। ਨਿਤ ਕਮਾਉਣ ਤੇ ਉਹੀ ਖਾਣ ਵਾਲਿਆਂ ਦੀ ਰੋਜ਼ੀ ਰੋਟੀ ਵੀ ਖੁੱਸ ਗਈ ਹੈ। ਅਜਿਹੇ 'ਚ ਗਰੀਬਾਂ ਦੇ ਚੁੱਲ੍ਹੇ ਠੰਡੇ ਨਾ ਰਹਿਣ, ਢਿੱਡ ਭਰਨ ਲਈ ਰੋਟੀ ਮਿਲੇ, ਇਸੇ ਲਈ ਸਮਾਜ ਸੇਵੀ ਸੰਸਥਾਵਾਂ ਤੋਂ ਲੈ ਕੇ ਸਰਕਾਰਾਂ ਨੇ ਕੋਸ਼ਿਸ਼ਾਂ ਜ਼ਰੂਰ ਕੀਤੀਆਂ, ਪਰ ਫਿਰ ਵੀ ਖਾਣੇ ਦੇ ਇੰਤਜ਼ਾਰ 'ਚ ਬੈਠੇ ਗਰੀਬ ਮਜ਼ਦੂਰ ਸੜਕਾਂ ਤੇ ਮੀਲਾਂ ਲੰਬਾ ਸਫ਼ਰ ਤੈਅ ਕਰਦੇ ਨਜ਼ਰ ਆਏ। ਸਾਂਝਾ ਸਪੈਸ਼ਲ ਦੇ ਵਿੱਚ ਵੇਲਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਪ੍ਰਧਾਨ ਮੰਤਰੀ ਨੇ ਗਰੀਬਾਂ ਦੇ ਲਈ ਕੀ ਕੀਤੇ ਨੇ ਐਲਾਨ। ਦੇਸ਼ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸਾਂ ਦਾ ਅੰਕੜਾ 5,66,000 ਤੋਂ ਪਾਰ ਹੋ ਗਿਆ ਹੈ ਤਾਂ ਉਧਰ ਮਰਨ ਵਾਲਿਆਂ ਦਾ ਅੰਕੜਾ ਵੀ 16,000 ਤੋਂ ਪਾਰ ਹੋ ਗਿਆ ਹੈ। ਤਾਂ ਉਧਰ ਹਾਲਾਂਕਿ ਸਿਹਤਯਾਬੀ ਦੀ ਦਰ ਜ਼ਰੂਰ ਵਧੀ ਹੈ, 3 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹ ਸਿਹਤਯਾਬ ਵੀ ਹੋਏ ਨੇ, ਪਰ ਭਾਰਤ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਆਉਂਦਾ ਹੈ। ਤੇ ਜੋ ਅੰਕੜੇ ਸਾਹਮਣੇ ਆ ਰਹੇ ਨੇ ਉਹ ਫਿਕਰ ਵਧਾਉਣ ਵਾਲੇ ਨੇ ਤੇ ਫਿਕਰ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਦੇਸ਼ ਅਨਲੌਕ ਵੱਲ ਵਧ ਰਿਹਾ ਹੋਵੇ। ਜਿਵੇਂ-ਜਿਵੇਂ ਭਾਰਤ ਵਿੱਚ ਲਾਕਡਾਊਨ ਦੇ ਪਾਰਟ ਵਧ ਰਹੇ ਨੇ, ਉਸ ਤੋਂ ਦੁੱਗਣੀ ਰਫ਼ਤਾਰ ਦੇ ਨਾਲ ਕਰੋਨਾ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਚੌਥੇ ਦਿਨ 18,000 ਤੋਂ ਵੱਧ ਕਰੋਨਾ ਕੇਸ ਸਾਹਮਣੇ ਆਏ ਨੇ ਅਤੇ ਹੁਣ ਤੱਕ 17,000 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। 30 ਜੂਨ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ 24 ਘੰਟਿਆਂ 'ਚ 18,522 ਨਵੇਂ ਮਾਮਲੇ ਸਾਹਮਣੇ ਆਏ। ਪਿਛਲੇ 24 ਘੰਟਿਆਂ 'ਚ 418 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ। ਦੇਸ਼ ਦੇ ਵਿੱਚ 8,66,000 ਤੋਂ ਵੱਧ ਕਰੋਨਾ ਪੋਜ਼ਿਟਿਵ ਕੇਸ ਹੁਣ ਤੱਕ ਸਾਹਮਣੇ ਆਏ ਨੇ। ਦੇਸ਼ 'ਚ ਕਰੋਨਾ ਕਰਕੇ 16,893 ਲੋਕਾਂ ਦੀ ਹੁਣ ਤੱਕ ਮੌਤ ਵੀ ਹੋ ਚੁੱਕੀ ਹੈ। 3,34,821 ਤੋਂ ਵੱਧ ਲੋਕ ਠੀਕ ਵੀ ਹੋਏ ਨੇ। ਦੇਸ਼ 'ਚ ਕਰੋਨਾ ਦੇ 2,15,125 ਐਕਟਿਵ ਕੇਸ ਨੇ। ਭਾਰਤ ਦੇ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਇਕੱਲੇ ਮਹਾਰਾਸ਼ਟਰ ਵਿੱਚ ਨੇ, ਜਿਸ ਤੋਂ ਬਾਅਦ ਦਿੱਲੀ, ਤਮਿਲਨਾਡੂ, ਗੁਜਰਾਤ ਅਤੇ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ। ਸਿਹਤਯਾਬੀ ਦੀ ਦਰ ਭਾਵੇਂ ਤਸੱਲੀ ਦੇਣ ਵਾਲੀ ਹੈ, ਪਰ ਇਹਨਾਂ ਸੂਬਿਆਂ ਦਾ ਜੋ ਹਾਲ ਹੈ ਉਹ ਫਿਕਰਮੰਦ ਹੋਣ ਨੂੰ ਮਜਬੂਰ ਕਰ ਰਿਹਾ ਹੈ। ਮਹਾਰਾਸ਼ਟਰ ਦੇ ਵਿੱਚ 1,69,883 ਕਰੋਨਾ ਪੋਜ਼ਿਟਿਵ ਕੇਸ ਹੁਣ ਤੱਕ ਸਾਹਮਣੇ ਆ ਚੁੱਕੇ ਨੇ, ਜਦੋਂ ਕਿ 7,610 ਲੋਕ ਜਾਨ ਵੀ ਗਵਾ ਚੁੱਕੇ ਨੇ। ਦਿੱਲੀ ਦੇ ਵਿੱਚ 85,161 ਕਰੋਨਾ ਪੋਜ਼ਿਟਿਵ ਕੇਸ ਨੇ, 2,680 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਮਿਲਨਾਡੂ ਦੇ ਵਿੱਚ 86,224 ਕਰੋਨਾ ਪੋਜ਼ਿਟਿਵ ਕੇਸ ਹੁਣ ਤੱਕ ਸਾਹਮਣੇ ਆਏ ਨੇ, ਜਦੋਂ ਕਿ 1141 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ। ਗੁਜਰਾਤ ਦੇ ਵਿੱਚ ਇਹ ਅੰਕੜਾ 31,938 ਹੈ ਅਤੇ 1,827 ਲੋਕਾਂ ਦੀ ਮੌਤ ਹੋਈ ਹੈ। ਪੱਛਮੀ ਬੰਗਾਲ ਦੇ ਵਿੱਚ 17,907 ਲੋਕ ਕਰੋਨਾ ਪੋਜ਼ਿਟਿਵ ਪਾਏ ਗਏ ਆ ਹੁਣ ਤੱਕ ਅਤੇ ਇਹਨਾਂ ਦੇ ਵਿੱਚੋਂ 653 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅੰਕੜਿਆਂ ਤੇ ਗੌਰ ਕਰੀਏ ਤਾਂ ਕੇਸ ਵਧਣ ਦੀ ਦਰ ਬੇਲਗਾਮ ਹੋ ਰਹੀ ਹੈ। ਪ੍ਰਤੀ ਹਫ਼ਤੇ ਤਕਰੀਬਨ 1 ਲੱਖ ਕੇਸ ਵਧ ਰਹੇ ਨੇ। 30 ਜਨਵਰੀ ਨੂੰ ਭਾਰਤ 'ਚ ਪਹਿਲਾ ਕੇਸ ਕਰੋਨਾ ਦਾ ਸਾਹਮਣੇ ਆਇਆ ਸੀ। 19 ਮਈ ਨੂੰ ਭਾਰਤ 'ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋਈ। 3 ਜੂਨ ਨੂੰ ਕਰੋਨਾ ਪੀੜਤਾਂ ਦਾ ਅੰਕੜਾ 2 ਲੱਖ ਤੋਂ ਪਾਰ ਹੋਇਆ। 13 ਜੂਨ ਨੂੰ ਕਰੋਨਾ ਪੀੜਤਾਂ ਦਾ ਅੰਕੜਾ 3 ਲੱਖ ਤੋਂ ਪਾਰ ਹੋਇਆ। 21 ਜੂਨ ਨੂੰ ਕਰੋਨਾ ਪੋਜ਼ਿਟਿਵ ਕੇਸਾਂ ਦਾ ਅੰਕੜਾ 4 ਲੱਖ ਤੋਂ ਪਾਰ ਹੋ ਗਿਆ ਤਾਂ ਉਧਰ 27 ਜੂਨ ਨੂੰ ਕਰੋਨਾ ਪੋਜ਼ਿਟਿਵ ਕੇਸਾਂ ਦਾ ਅੰਕੜਾ 5 ਲੱਖ ਤੋਂ ਪਾਰ ਹੋ ਗਿਆ। ਕਰੋਨਾ ਪੀੜਤਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਅਮਰੀਕਾ, ਬ੍ਰਾਜ਼ੀਲ, ਰੂਸ ਦੇ ਬਾਅਦ ਕਰੋਨਾ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਭਾਰਤ ਚੌਥੇ ਨੰਬਰ ਤੇ ਹੈ। ਉਧਰ ਭਾਰਤ ਦੇ ਵਿੱਚ ਮਾਮਲੇ ਵਧਣ ਦੀ ਰਫ਼ਤਾਰ ਦੁਨੀਆ ਵਿੱਚ ਤੀਜੇ ਨੰਬਰ ਤੇ ਹੈ। ਅਮਰੀਕਾ ਤੇ ਬ੍ਰਾਜ਼ੀਲ ਦੇ ਬਾਅਦ ਇੱਕ ਦਿਨ ਸਭ ਤੋਂ ਵੱਧ ਮਾਮਲੇ ਭਾਰਤ 'ਚ ਦਰਜ ਕੀਤੇ ਗਏ ਨੇ, ਜਦੋਂ ਕਿ ਦੁਨੀਆ ਦੇ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ 1 ਕਰੋੜ ਤੋਂ ਪਾਰ ਹੈ। ਦੁਨੀਆ ਦੇ ਵਿੱਚ ਕਰੋਨਾ ਕਾਰਨ 5,08,000 ਤੋਂ ਵੱਧ ਮੌਤਾਂ ਵੀ ਹੋ ਚੁੱਕੀਆਂ ਨੇ। ਕਰੋਨਾ ਨੇ ਸਭ ਤੋਂ ਵੱਧ ਕਹਿਰ ਅਮਰੀਕਾ 'ਚ ਢਾਇਆ। ਅਮਰੀਕਾ ਦੇ ਵਿੱਚ 26,82,000 ਤੋਂ ਵੱਧ ਕਰੋਨਾ ਕੇਸ ਨੇ। ਅਮਰੀਕਾ 'ਚ ਕਰੋਨਾ ਦੇ ਨਾਲ 1,28,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਬ੍ਰਾਜ਼ੀਲ ਦੇ ਵਿੱਚ 13,70,000 ਤੋਂ ਵੱਧ ਕਰੋਨਾ ਕੇਸ ਨੇ। ਬ੍ਰਾਜ਼ੀਲ ਦੇ ਵਿੱਚ ਕਰੋਨਾ ਕਾਰਨ 58,300 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਰੂਸ ਦੇ ਵਿੱਚ 6,47,000 ਤੋਂ ਵੱਧ ਕਰੋਨਾ ਕੇਸ ਨੇ।
ਰੂਸ ਦੇ ਵਿੱਚ ਕਰੋਨਾ ਦੇ ਨਾਲ 9300 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ ਜਿੱਥੇ ਕਰੋਨਾ ਪੀੜਤਾਂ ਦਾ ਅੰਕੜਾ 5,66,000 ਤੋਂ ਪਾਰ ਹੋ ਗਿਆ ਹੈ। ਕਰੋਨਾ ਦੀ ਵੱਧ ਰਹੀ ਰਫ਼ਤਾਰ ਨੇ ਦੁਨੀਆ ਨੂੰ ਫਿਕਰ ਦੇ ਵਿੱਚ ਪਾਇਆ ਹੈ, ਜੋ ਹੁਣ ਅਨਲੌਕ ਵੱਲ ਵੱਧ ਰਹੀ ਹੈ। ਸਾਂਝਾ ਸਪੈਸ਼ਲ ਦੇ ਵਿੱਚ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਪਰ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਦੇਖਦੇ ਰਹੋ ABP ਸਾਂਝਾ।